15 दिन ਦਵਾਈ ਖਾਣੀ ਆ ਦੇਸੀ ਗਾਂ ਦੇ ਦੁੱਧ ਦੇ ਵਿੱਚ। ਮੈਂ ਕਿਹਾ ਜੀ ਦੇਸੀ ਗਾਂ ਖਬਰ ਕਿੱਥੋਂ ਮਿਲੂਗੀ? ਉਹ ਕਹਿੰਦੇ ਵੀ ਆਪੀ ਬਾਬਾ ਜੀ ਕਿਰਪਾ ਕਰਨਗੇ। ਫਿਰ 15 ਦਿਨ ਮੈਂ ਦਵਾਈ ਖਵਾਈ ਦੇਸੀ ਗਾਂ ਦੇ ਵਿੱਚ। ਇਹਨਾਂ ਨੇ ਭਰੋਸਾ ਦਿਵਾਇਆ ਵੀ ਇਹ ਤੁਹਾਡਾ ਕੇਸ ਸਿਰੇ ਚੜੂਗਾ। ਆ ਤੁਹਾਡੇ ਸਾਹਮਣੇ ਆ। ਮੈਂ ਕੋਟਨ ਕੋਟ ਧੰਨਵਾਦ ਕਰਦਾ ਵੈਦ ਜੀਆਂ ਦਾ। ਜਿਹੜਾ ਇਹ ਬੱਚਾ ਹੈ ਲੱਕੀ, ਇਹਦਾ ਨਾਮ ਵੀ ਇਹਨਾਂ ਨੇ ਲੱਕੀ ਰੱਖਿਆ ਹੈ। ਇਹਦੇ ਜਨਮ ਦੀ ਕਹਾਣੀ ਜੇਕਰ ਤੁਹਾਨੂੰ ਅਸੀਂ ਸੁਣਾਵਾਂਗੇ ਔਰ ਜੇਕਰ ਤੁਸੀਂ ਸੁਣੋਗੇ ਤਾਂ ਤੁਹਾਡੇ ਜਿਹੜੇ ਰੌਂਗਟੇ ਨੇ ਉਹ ਖੜੇ ਹੋ ਜਾਣਗੇ। यानी कि कोई देख के कहता नहीं सी भी इन्हां दा केस सिरे चढ़ूगा जां मैं बच जाऊंगी, मेरी जान बच जाऊगी। ਜਦੋਂ ਸਾਰੇ ਡਾਕਟਰਾਂ ਨੇ ਜਵਾਬ ਦੇਤਾ ਚਮੜੀ ਰੋਗ ਮੌਸਕ ਮਾਰੇ, ਮੈਂ ਕਿਹਾ ਵੈਦ ਜੀ ਤੁਸੀਂ ਇਲਾਜ ਸ਼ੁਰੂ ਕਰੋ। ਇਹਨਾਂ ਨੇ ਕੋਈ ਲਾਲਚ ਨਹੀਂ ਇਹਨਾਂ ਨੂੰ ਕੋਈ, ਇਹ ਕਹਿੰਦੇ ਪਹਿਲਾਂ ਦਵਾਈ ਖਵਾਓ। ਇਹੋ ਜੀ ਮਹਾਰਾਜ ਦੀ ਕਿਰਪਾ ਹੋਈ, ਉਹਦੇ ਚਮੜੀ ਦਾ ਸਾਰਾ ਰੋਗ ਠੀਕ, ਅੱਖਾਂ ਖੁੱਲ੍ਹ ਗਈਆਂ। ਤੁਸੀਂ ਕਹਿੰਦੇ ਵੀ 10 ਮਿੰਟਾਂ 'ਚ ਡਿਟੈਕਟ ਕਰ ਲਿਆ ਔਰ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਬੱਚਾ ਕਿਸੇ ਹੋਰ ਪਾਸੇ ਤੋਂ ਅਡਾਪਟ ਕਰਨ ਦੀ ਜ਼ਰੂਰਤ ਤੁਸੀਂ ਜੇ ਤੁਹਾਨੂੰ ਪਰਮਾਤਮਾ ਦਿੰਦਾ ਤੁਸੀਂ ਕਰ ਲਓ, ਪਰ ਬੱਚਾ ਤੁਹਾਡੇ ਆਪਣੇ ਘਰ ਹੋ। ਇੰਨਾ ਕੌਨਫੀਡੈਂਸ। ਸਾਡੇ 2 ਬੱਚੇ ਚੜ੍ਹਾਈ ਕਰ ਗਏ। ਇੱਕ ਤਾਂ PGI ਦੇ ਵਿੱਚ ਮੁੰਡਾ ਹੋਇਆ, 2 ਦਿਨ ਬਾਅਦ ਅੰਤੜੀ ਖਰਾਬ ਸੀ, ਚੜ੍ਹਾਈ ਕਰ ਗਈ। ਫਿਰ ਬੱਚਾ ਥੋੜ੍ਹੇ ਸਮੇਂ ਬਾਅਦ ਪੇਟ ਦੇ ਵਿੱਚ ਚੜ੍ਹਾਈ ਕਰ ਗਿਆ। ਤੇ ਡਾਕਟਰ ਕਹਿੰਦੇ ਤੁਹਾਡਾ ਹੁਣ ਬੱਚਾ ਨਹੀਂ ਹੋਣਾ। ਫਿਰ ਭੂਰੀ ਵਾਲੇ ਮਹਾਂਪੁਰਖ ਸਵਾਮੀ ਸ਼ੰਕਰਾਨੰਦ ਜੀ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਤੁਹਾਡੇ ਕੀਰਤਨ ਕਰਦੇ ਆ। ਫਿਰ ਉਹਨਾਂ ਨੇ ਦੱਸਿਆ ਵੀ ਵੈਦ ਜੀ ਕੋਲੇ ਜਾਓ। ਪ੍ਰੈਗਨੈਂਸੀ ਹੋ ਜਾਂਦੀ ਹੈ ਕੁਝ ਕੁ ਮਹੀਨਿਆਂ ਬਾਅਦ, ਫਿਰ ਉਹ ਗਰਭਪਾਤ ਮਜਬੂਰਨ ਜਿਹੜਾ ਔਰਤ ਨੂੰ ਪਰਿਵਾਰ ਨੂੰ ਕਰਵਾਉਣਾ ਪੈਂਦਾ ਹੈ। ਉਹਦਾ ਕੀ ਕਾਰਨ ਹੈ ਜੀ? ਅਸਲ 'ਚ ਆਯੁਰਵੇਦ ਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਪ੍ਰਕਿਰਤੀ ਦਾ, ਕਿਉਂਕਿ 3 ਦੋਸ਼ ਨੇ, ਵਾਤ ਪਿੱਤ ਕਫ। ਹੁਣ ਜਿਹੜਾ ਇਹ ਕੇਸ ਸੀਗਾ ਸਾਡੇ ਕੋਲੇ, ਤੁਹਾਡੇ ਬੱਚੇ ਹੁੰਦੇ ਸੀ, ਪ੍ਰੈਗਨੈਂਸੀ ਹੁੰਦੀ ਸੀ, ਪ੍ਰੈਗਨੈਂਸੀ ਤੋਂ ਬਾਅਦ ਬੱਚੇ ਗਲ ਜਾਂਦੇ ਸੀ ਪੇਟ 'ਚ। ਫਿਰ ਬੱਚਾ ਹੋਇਆ, ਉਹ 6ਵੇਂ ਮਹੀਨੇ ਵਿੱਚ ਪੇਟ 'ਚ ਹੀ ਗਲ ਗਿਆ। ਉਹ ਵੀ ਪੀਲੀਏ ਦੀ ਪ੍ਰੋਬਲਮ ਆਈ ਸੀਗੀ, ਬਹੁਤ ਜ਼ਿਆਦਾ ਪ੍ਰੋਬਲਮ ਸੀ। ਇਨਫੈਕਸ਼ਨ ਹੋ ਗਈ, ਉਦੋਂ ਵੀ ਖਾਰਸ ਬਹੁਤ ਜ਼ਿਆਦਾ ਹੁੰਦੀ ਸੀ। ਫਿਰ ਵੈਦ ਜੀਆਂ ਨੇ ਸਾਨੂੰ ਤਸੱਲੀ ਦਿੱਤੀ ਬਈ ਅਸੀਂ ਦਵਾਈ ਦਿੰਨੇ ਆ ਵੀ ਤੁਹਾਡਾ ਕੇਸ ਸਿਰੇ ਚੜੂਗਾ, ਹੁਣ ਬੱਚਾ ਨਹੀਂ ਚੜਾਈ ਕਰੂਗਾ। ਆਪਣੇ ਉੱਪਰ ਖਾਜ ਹੁੰਦੀ ਹੈ, ਪਰ ਨਹੀਂ, ਉਹ ਅੰਦਰ ਖਾਜ ਹੁੰਦੀ ਸੀ, ਇੰਨਾ ਜ਼ਿਆਦਾ ਖਾਜ ਹੁੰਦੀ ਸੀ। ਮੇਰੇ ਹੱਥ 'ਚ ਕੋਈ ਵੀ ਚੀਜ਼ ਆ ਜਾਂਦੀ ਸੀ, ਮੈਂ ਆਪਣੇ ਫੇਰ ਲੈਂਦੀ ਸੀਗੀ, ਜ਼ਖਮ ਹੋ ਜਾਂਦੇ ਸੀ ਕਿੱਡੇ ਕਿੱਡੇ, ਬਹੁਤ ਖੂਨ ਚੂੰਦਾ ਹੁੰਦਾ ਸੀ ਜ਼ਖਮਾਂ 'ਚ ਦੀ। ਫਿਰ ਕਈ ਵਾਰੀ ਗਰਮ ਰਿੱਝਦੇ ਪਾਣੀ 'ਚ ਹੱਥ ਪੈਰ ਧਰਨੇ ਪੈਂਦੇ ਸੀ। ਮੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਉਸ ਟਾਈਮ। 18 ਰੋਗ ਹੁੰਦਾ, ਕਈ ਤਰ੍ਹਾਂ ਦੇ ਰੋਗ ਨੇ। ਕਈ ਬੱਚੇ ਅਰਲੀ ਬਰਥ ਕਰਾਉਣਾ ਪੈਂਦਾ ਹੈ ਨਾ, ਛਮਾਹਾਂ ਹੋ ਗਿਆ, ਸਤਮਾਹਾਂ ਹੋ ਗਿਆ, ਉਹ ਵੀ ਗਰਭ ਦੀਆਂ ਪ੍ਰੋਬਲਮ ਹੁੰਦੀਆਂ ਨੇ ਹੈ ਨਾ। ਬੱਚੇਦਾਨੀ ਕਮਜ਼ੋਰ ਹੁੰਦੀ ਆ, ਉਹਦੇ ਵਿੱਚ ਆਯੁਰਵੇਦ 'ਚ ਬਹੁਤ ਕੁਛ ਆ। ਮੈਂ ਤਾਂ ਇਹ ਵੀ ਕਹਿੰਦਾ ਸੀ ਸੰਤਾਂ ਨੂੰ ਵੀ ਜੇ ਨਹੀਂ ਸਾਡੇ ਬੱਚਾ ਹੁੰਦਾ, ਸਾਨੂੰ ਬਾਲ ਘਰ ਦੇ ਵਿੱਚੋਂ ਕੋਈ ਬੱਚਾ ਗੋਦ ਦੇ ਦਿਓ। ਫਿਰ ਵੈਦ ਬਾਬਾ ਜੀ ਮਹਾਰਾਜ ਜੀ ਕਹਿੰਦੇ ਇਉਂ ਕਰੋ ਵੀ ਵੈਦ ਜੀ ਕੋਲੇ ਜਾਓ, ਵੀ ਤੁਹਾਨੂੰ ਬੱਚਾ ਗੋਦ ਨਹੀਂ ਦੇਣਾ, ਤੁਹਾਡੇ ਆਪ ਦੇ ਹੀ ਮੁੰਡਾ ਹੋਊਗਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਇੱਕ ਵਾਰ ਮੁੜ ਤੋਂ ਜਿਹੜਾ ਧਾਮ ਤਲਵੰਡੀ ਖੁਰਦ ਆਏ ਹੋਏ ਹਾਂ, ਜਿੱਥੇ ਵੈਦ ਸ਼ਿਵ ਕੁਮਾਰ ਸੂਦ ਹਰੇਕ ਐਤਵਾਰ ਨੂੰ ਮਰੀਜ਼ਾਂ ਦਾ ਜਿਹੜਾ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਦਾ ਇਲਾਜ ਹੈ ਜਿਹੜਾ ਕੀਤਾ ਜਾਂਦਾ। ਇਸੇ ਦੌਰਾਨ ਸਾਡੀ ਮੁਲਾਕਾਤ ਹੈ ਜਿਹੜੀ ਢਾਡੀ ਪ੍ਰਦੀਪ ਸਿੰਘ ਚਮਿੰਡਾ ਨਾਲ ਹੋਈ ਹੈ ਤੇ ਮੇਰੇ ਖੱਬੇ ਬੰਨੇ ਜਿਹੜੇ ਬੈਠੇ ਨੇ ਉਹ ਇਹਨਾਂ ਦੀ ਧਰਮ ਪਤਨੀ ਨੇ ਪਰਮਿੰਦਰ ਕੌਰ। ਸੋ ਜਿਹੜਾ ਇਹ ਬੱਚਾ ਹੈ ਲੱਕੀ, ਇਹਦਾ ਨਾਮ ਵੀ ਇਹਨਾਂ ਨੇ ਲੱਕੀ ਰੱਖਿਆ ਹੈ। ਇਹਦੇ ਜਨਮ ਦੀ ਕਹਾਣੀ ਜੇਕਰ ਤੁਹਾਨੂੰ ਅਸੀਂ ਸੁਣਾਵਾਂਗੇ ਔਰ ਜੇਕਰ ਤੁਸੀਂ ਸੁਣੋਗੇ ਤਾਂ ਤੁਹਾਡੇ ਜਿਹੜੇ ਰੌਂਗਟੇ ਨੇ ਉਹ ਖੜੇ ਹੋ ਜਾਣਗੇ। ਕਿਸ ਤਰੀਕੇ ਨਾਲ ਇਸ ਬੱਚੇ ਦੇ ਜਨਮ ਦੇ ਵਿੱਚ ਜਿਹੜਾ ਵੈਦ ਸ਼ਿਵ ਕੁਮਾਰ ਸੂਦ ਦਾ ਇਲਾਜ ਹੈ ਉਹ ਕਿੰਨਾ ਵੱਡਾ ਅਹਿਮ ਰੋਲ ਹੈ ਜਿਹੜਾ ਉਹ ਅਦਾ ਕੀਤਾ ਹੈ। ਸਾਰੀ ਕਹਾਣੀ ਤੁਹਾਨੂੰ ਸੁਣਾਵਾਂਗੇ। ਜਿਹੜੇ ਭੈਣ ਪ੍ਰਦੀਪ ਕੌਰ ਜਿਹੜੀ ਪਰਮਿੰਦਰ ਕੌਰ ਸੀ, ਉਹ ਆਪਣੇ ਸਰੀਰ ਦੇ ਉੱਤੇ ਕਿਸ ਤਰੀਕੇ ਨਾਲ ਖਾਰਿਸ਼ ਤੋਂ ਪਰੇਸ਼ਾਨ ਸੀ। ਖਾਰਿਸ਼ ਵੀ ਅਜਿਹੀ, ਚਮੜੀ ਦੇ ਉੱਤੇ ਖਾਰਿਸ਼ ਨਹੀਂ ਸੀ ਹੁੰਦੀ, ਚਮੜੀ ਦੇ ਅੰਦਰ ਖਾਰਿਸ਼ ਹੁੰਦੀ ਸੀ। ਤਾਂ ਹਲੇ ਅਜਿਹੇ ਦੇ ਵਿੱਚ ਇੱਕ ਵੱਡਾ ਚੈਲੰਜ ਜਿਹੜਾ ਵੈਦ ਸ਼ਿਵ ਕੁਮਾਰ ਸੂਦ ਉਹਨਾਂ ਨੇ ਇਹਨਾਂ ਦਾ ਕਬੂਲ ਕੀਤਾ। ਬੱਚੇ ਦੀ ਦਾਤ ਵੀ ਉਸ ਤੋਂ ਬਾਅਦ ਪਰਮਾਤਮਾ ਨੇ, ਈਸ਼ਵਰ ਨੇ, ਅੱਲਾ ਨੇ ਇਹਨਾਂ ਦੇ ਘਰ ਬਖਸ਼ੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਖੱਜਲ ਖੁਆਰ ਹੋਣ ਤੋਂ ਬਾਅਦ ਉਹ ਜਦੋਂ ਇਸ ਕਲੀਨਿਕ ਦੇ ਉੱਤੇ ਆਏ, ਇਸ ਦਵਾਖਾਨੇ ਦੇ ਉੱਤੇ ਆਏ, ਕੁਦਰਤੀ ਤਰੀਕੇ ਨਾਲ ਜਦੋਂ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਤਾਂ
ਕਿਹੋ ਜਿਹਾ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਤੇ ਫਿਰ ਕਿਵੇਂ ਲੱਕੀ ਦਾ ਜਿਹੜਾ ਜਨਮ ਹੈਗਾ ਉਹ ਹੋਇਆ। ਪ੍ਰਦੀਪ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਦੀਪ ਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੋਇਆ ਕਿ ਤੁਸੀਂ ਦੱਸ ਰਹੇ ਸੀ ਅਚਾਨਕ ਅੱਜ ਆਪਣੀ ਮੁਲਾਕਾਤ ਹੋਈ ਹੈ, ਤੁਸੀਂ ਇੱਥੇ ਬੈਠੇ ਸੀ, ਆਏ ਹੋਏ ਸੀ ਵੈਦ ਜੀ ਨੂੰ ਮਿਲਣ ਵਾਸਤੇ। ਕੀ ਕਹਾਣੀ ਹੈਗੀ ਹੈ ਲੱਕੀ ਦੀ? ਕੀ ਤੁਹਾਡੀ ਘਰਵਾਲੀ ਨਾਲ ਹੁੰਦਾ ਸੀ? ਕਿਹੋ ਜਿਹੇ ਪਰਿਵਾਰ ਦੇ ਹਾਲਾਤ ਬਣ ਗਏ ਸੀ ਤੇ ਕੀ ਹੋਇਆ ਸੀ? ਜਦੋਂ ਸਵਾਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਉਹਨਾਂ ਦੇ ਨਾਲ ਅਸੀਂ ਕੀਰਤਨ ਦੀ ਸੇਵਾ ਕਰਦੇ ਹਾਂ। ਸਾਡੇ 2 ਬੱਚੇ ਚੜ੍ਹਾਈ ਕਰ ਗਏ। ਇੱਕ ਤਾਂ PGI ਦੇ ਵਿੱਚ ਮੁੰਡਾ ਹੋਇਆ, 2 ਦਿਨ ਬਾਅਦ ਆਂਤੜੀ ਖਰਾਬ ਸੀ, ਚੜ੍ਹਾਈ ਕਰ ਗਈ। ਫਿਰ ਬੱਚਾ ਥੋੜ੍ਹੇ ਸਮੇਂ ਬਾਅਦ ਪੇਟ ਦੇ ਵਿੱਚ ਚੜ੍ਹਾਈ ਕਰ ਗਿਆ। ਸਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਪੇਟ ਦੇ ਵਿੱਚ ਚੜਾਈ ਕਰਕੇ ਮਤਲਬ? ਇੱਕ ਤਾਂ ਬੱਚਾ ਹੋ ਗਿਆ 2 ਦਿਨ ਬਾਅਦ, ਇੱਕ ਬੱਚਾ ਪੀਲੀਏ ਕਾਰਨ ਪੇਟ ਦੇ ਵਿੱਚ ਹੀ ਗਲ ਗਿਆ। ਮਤਲਬ ਤੁਹਾਡੇ ਬੱਚੇ ਹੁੰਦੇ ਸੀ, ਪ੍ਰੈਗਨੈਂਸੀ ਹੁੰਦੀ ਸੀ, ਪ੍ਰੈਗਨੈਂਸੀ ਤੋਂ ਬਾਅਦ ਬੱਚੇ ਗਲ ਜਾਂਦੇ ਸੀ ਪੇਟ 'ਚ। ਪੇਟ 'ਚ ਗਲ ਜਾਂਦੇ? ਹਾਂਜੀ, ਪੀਲੀਏ ਕਰਕੇ ਗਲ ਜਾਂਦੇ ਸੀ ਜੀ। ਅੱਛਾ। ਫਿਰ ਸਾਨੂੰ ਪਤਾ ਲੱਗਿਆ, ਡਾਕਟਰ ਕਹਿੰਦੇ ਤੁਹਾਡੇ ਹੁਣ ਬੱਚਾ ਨਹੀਂ ਹੋਣਾ। ਫਿਰ ਭੂਰੀ ਵਾਲੇ ਮਹਾਂਪੁਰਖ ਸਵਾਮੀ ਸ਼ੰਕਰਾਨੰਦ ਜੀ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਅਸੀਂ ਤੁਹਾਡੇ ਕੀਰਤਨ ਕਰਦੇ ਹਾਂ। ਫਿਰ ਉਹਨਾਂ ਨੇ ਦੱਸਿਆ ਵੀ ਵੈਦ ਜੀ ਕੋਲੇ ਜਾਓ। ਫਿਰ ਵੈਦ ਜੀਆਂ ਨੇ ਸਾਨੂੰ ਤਸੱਲੀ ਦਿੱਤੀ ਬਈ ਅਸੀਂ ਦਵਾਈ ਦਿੰਨੇ ਆ ਵੀ ਤੁਹਾਡਾ ਕੇਸ ਸਿਰੇ ਚੜੂਗਾ, ਹੁਣ ਬੱਚਾ ਨਹੀਂ ਚੜ੍ਹਾਈ ਕਰੂਗਾ। ਫਿਰ ਇਹਨਾਂ ਤੋਂ ਦਵਾਈ ਖਾਧੀ, ਇਹਨਾਂ ਨੇ ਦਵਾਈ ਦਿੱਤੀ ਆ। ਮੁੰਡਾ ਸਾਡਾ ਜਦੋਂ 7ਵਾਂ ਮਹੀਨਾ ਆਇਆ, ਡਾਕਟਰ ਕਹਿੰਦੇ ਇੱਕ ਵੀ ਬੱਚਾ ਤੁਹਾਡਾ ਬਚਣਾ ਨਹੀਂਗਾ। ਸੀਰਤ ਹਸਪਤਾਲ ਆ ਮੁੱਲਾਪੁਰ, ਉਹ ਕਹਿੰਦੇ ਬਚਣਾ ਨਹੀਂ। ਬੱਚਾ ਫਿਰ ਗਲ ਗਿਆ। ਫਿਰ ਵੈਦ ਜੀ ਕੋਲੇ ਆਏ, ਵੈਦ ਜੀ ਵੀ ਆਉਂ। ਇਹਨਾਂ ਨੇ ਫਿਰ ਦਵਾਈ ਦਿੱਤੀ, ਮਹਾਰਾਜ ਜੀ ਨਾਲ ਗੱਲ ਕੀਤੀ। ਵੈਦ ਜੀ ਦੀ ਦਵਾਈ ਦੇ ਨਾਲ, ਬਾਬਾ ਜੀ ਦੀ ਕਿਰਪਾ ਦੇ ਨਾਲ ਜੇ ਮੁੰਡਾ ਸਾਨੂੰ ਮਹਾਰਾਜ ਜੀ ਨੇ ਬਖਸ਼ਿਆ। ਅਸੀਂ ਸਾਰਾ ਸਿਹਰਾ ਜਿਹੜਾ ਡਾਕਟਰ ਜਾਂ ਵੈਦ ਹੁੰਦਾ ਉਹ ਵੀ ਰੱਬ ਹੁੰਦਾ ਵਾ। ਜਦੋਂ ਵੀ ਇਹਨਾਂ ਕੋਲ ਅਸੀਂ ਆਏ, ਇਹਨਾਂ ਨੇ ਦਵਾਈ ਦਿੱਤੀ, ਇਹਨਾਂ ਦੀ ਦਵਾਈ ਕਾਮਯਾਬ ਹੋਈ। ਸਾਡੇ ਘਰੇ ਪੁੱਤਰ ਨੇ ਜਨਮ ਲਿਆ। ਮੈਂ ਕੋਟਨ ਕੋਟ ਵੈਦ ਜੀਆਂ ਦਾ ਧੰਨਵਾਦ ਕਰਦਾ, ਸਹਿਬ ਕੁਮਾਰ ਜੀਆਂ ਦਾ, ਜੋ ਕਿ ਜਿਹਨੂੰ ਵੀ ਦਵਾਈ ਦਿੰਦੇ ਆ। ਇਹ ਮੇਰਾ ਖਿਆਲ ਆ ਕੋਈ ਐਸਾ ਬੰਦਾ ਨਹੀਂ ਹੋਣਾ ਜਿਹੜੇ ਨੇ ਦਵਾਈ ਖਾ ਕੇ ਨਾ ਠੀਕ ਹੋਇਆ ਹੋਵੇ। ਸਾਡੇ ਨਗਰ ਦੇ ਚਮਿੰਡਿਆਂ ਦੇ ਇਉਂ ਕਹਿੰਦੇ ਸੀ ਵੀ ਤੁਹਾਡਾ ਇਹ ਮੁੰਡਾ ਕਿੱਥੋਂ ਹੋਇਆ, ਕਿਹਨੇ ਦਵਾਈ ਦਿੱਤੀ ਆ? ਕਿਉਂ ਇਸ ਤਰ੍ਹਾਂ ਕਿਉਂ? ਇਹਨਾਂ ਨੂੰ ਜਦੋਂ ਪੀਲੀਏ ਦੇ ਕਾਰਨ ਸਾਰੇ ਸਰੀਰ ਤੇ ਖਾਰਜ ਹੁੰਦੀ ਸੀ, ਦਿਨ ਰਾਤ ਸੌਂਦੇ ਨਹੀਂ ਸੀ। ਬਹੁਤ ਔਖਾ ਕੇਸ ਇਹਦੇ ਚੜਿਆ। ਫਿਰ ਵੈਦ ਜੀ ਨੇ ਦਵਾਈ ਦਿੱਤੀ, ਆ ਤੁਹਾਡੇ ਸਾਹਮਣੇ ਆ। ਇਹ ਦਾਤ ਭੂਰੀ ਵਾਲੇ ਬਾਬਾ ਜੀ ਉਹਨਾਂ ਨੇ ਡਿਊਟੀ ਸਹਿਬ ਕੁਮਾਰ ਵੈਦ ਜੀ ਲਾਈ, ਤਾਂ ਅਸੀਂ ਆਪ ਸੰਗਤ ਦੇ ਵਿੱਚ ਹਾਜ਼ਰ ਬੈਠੇ ਹਾਂ। ਜੀ ਜੀ ਜੀ। ਸਾਡੇ ਨਾਲ ਪ੍ਰਦੀਪ ਜੀ ਦੀ ਧਰਮ ਪਤਨੀ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਭੈਣ ਜੀ, ਕੀ ਹਾਲਾਤ ਬਣੇ ਸੀ? ਤੁਸੀਂ ਦੱਸ ਰਹੇ ਸੀ ਕਿ ਜਿਹੜੀ ਤੁਹਾਡੀ ਪਹਿਲਾਂ ਸਿਹਤ ਬਣੀ ਸੀ ਬਣਦੀ, ਕੀ ਹਾਲਾਤ ਹੁੰਦੇ ਸੀ ਪਹਿਲਾਂ? ਹਾਂਜੀ, ਪਹਿਲਾਂ ਜਦੋਂ ਨਾ ਮੈਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ, ਜਿੱਦਾਂ ਮੈਂ ਹੁਣ ਬਿਲਕੁਲ ਸਹੀ ਆ ਇਦਾਂ ਹੀ ਆ। ਜਦੋਂ ਮੈਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ, ਮੈਨੂੰ ਜਦੀ ਪੀੜੀਆ ਹੋਣਾ ਸ਼ੁਰੂ ਹੋ ਜਾਂਦਾ ਹੈ। ਪੀੜੀਏ ਦੇ ਨਾਲ ਖਾਰਸ ਸਰੀਰ ਤੇ ਬਹੁਤ ਜ਼ਿਆਦਾ ਅਲਰਜੀ ਹੋ ਜਾਂਦੀ ਆ। ਯਾਨੀ ਕਿ ਕੁਝ ਖਾ ਪੀਣਾ ਕੁਝ ਨਹੀਂ ਲੱਗਦਾ ਹੈਗਾ, ਸਿਹਤ ਨਹੀਂ ਬਣਦੀ ਹੈਗੀ, ਰੰਗ ਕਾਲਾ ਹੋ ਜਾਂਦਾ ਹੈ ਬਿਲਕੁਲ ਹੀ। ਇੰਨੀ ਜ਼ਿਆਦਾ ਪ੍ਰੋਬਲਮ ਕਿ ਮੈਂ ਜਾਣੀ ਕਿ ਜਦੋਂ ਕਿ ਬੈੱਡ ਰੈਸਟ ਦੱਸਦੇ ਆ ਡਾਕਟਰ, ਜੇ ਕਿਤੇ ਦੂਰ ਨੇੜੇ ਚਲੇ ਵੀ ਜਾਂਦੀ ਆ ਤਾਂ ਮੇਰੇ ਦਰਦ ਉੱਠ ਖੜਦਾ ਸੀ। ਯਾਨੀ ਕਿ ਪਹਿਲਾਂ ਮੇਰੇ 2 ਬੱਚੇ, ਇਹ ਗੁੜੀਆ ਵੀ 7ਮਾਹੀ ਆ। ਪਹਿਲੀ ਮੇਰੀ ਗੁੜੀਆ ਸੀ, ਇਹ 7ਮਾਹੀ ਸੀ। ਦੂਜੇ ਬੇਟਾ ਸੀਗਾ ਉਹ ਮੇਰੇ ਜਾਣੀ ਕਿ ਉਹਦੀ ਅੰਤੜੀ ਨਹੀਂ ਬਣੀ ਪੇਟ 'ਚ, ਪੀਲੀਏ ਦੇ ਕਾਰਨ ਅੰਦਰੋਂ ਅੰਦਰੀ ਜਾਣੀ ਕਿ ਪੂਰਾ ਸਰੀਰ ਨਹੀਂ ਬਣ ਰਿਹਾ ਸੀ। ਤੇ ਫਿਰ ਉਹ ਬੱਚਾ ਪੂਰਾ ਹੋ ਗਿਆ। ਇਦੋਂ ਬਾਅਦ ਸਾਲ ਦੇ ਵਿੱਚ ਹੀ ਫਿਰ ਬੱਚਾ ਹੋਇਆ। ਉਹ 6ਵੇਂ ਮਹੀਨੇ ਵਿੱਚ ਪੇਟ 'ਚ ਹੀ ਗਲ ਗਿਆ। ਉਹ ਵੀ ਪੀਲੀਏ ਦੀ ਪ੍ਰੋਬਲਮ ਹੀ ਸੀਗੀ, ਬਹੁਤ ਜ਼ਿਆਦਾ ਪ੍ਰੋਬਲਮ ਸੀ। ਇਨਫੈਕਸ਼ਨ ਹੋ ਗਈ, ਉਦੋਂ ਵੀ ਖਾਰਸ ਬਹੁਤ ਜ਼ਿਆਦਾ ਹੁੰਦੀ ਸੀ। ਫਿਰ ਬਾਬਾ ਜੀ ਨਾਲ ਗੱਲਬਾਤ ਕੀਤੀ, ਮਹਾਰਾਜ ਨੇ ਚਲੋ ਬਹੁਤ ਵਧੀਆ ਸਾਡੀ ਗੱਲਬਾਤ ਸੁਣੀ। ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ, ਬਾਬਾ ਜੀ ਵੈਦ ਜੀ ਕੋਲ ਭੇਜਿਆ ਤੇ ਇਹਨਾਂ ਨੇ ਸਾਨੂੰ ਦਵਾਈ ਦਿੱਤੀ। ਬਹੁਤ ਵਧੀਆ ਰਹੀ। ਜਾਣੀ ਕਿ ਹੁਣ ਮੈਂ ਜਦੋਂ ਕਿ ਮੇਰਾ 7ਵਾਂ ਮਹੀਨਾ ਲੰਘਦਾ ਨਹੀਂ ਸੀਗਾ ਜਦੋਂ ਮੇਰੇ ਬੱਚਾ ਹੁੰਦਾ ਸੀਗਾ। 7ਵੇਂ ਮਹੀਨੇ ਆ ਕੇ ਮਤਲਬ ਦਿੱਕਤ ਇਹ ਹੋ ਜਾਂਦੀ ਸੀ ਕਿ 7ਵੇਂ ਮਹੀਨੇ ਆ ਕੇ ਤੁਹਾਡਾ ਬੱਚਾ ਬੱਚਾ ਖਰਾਬ ਹੋ ਜਾਂਦਾ? ਹਾਂਜੀ, ਉਹ ਕਹਿ ਦਿੰਦੇ ਸੀ ਵੀ ਹੁਣ ਸਿਰੇ ਨਹੀਂ ਚੜ੍ਹਨਾ ਕੇਸ। ਇਹਦੇ ਮੌਕੇ ਵੀ ਇਦਾਂ ਹੀ ਦਿੱਕਤ ਆਈ। ਜਾਣੀ ਕਿ ਫਿਰ ਵੀ ਬਾਬਾ ਜੀ ਨੇ ਸਾਡੀ ਅਰਜ਼ ਸੁਣੀ, ਚਲੋ ਬਹੁਤ ਵਧੀਆ ਹੋਇਆ ਹੈ ਨਾ। ਤੇ ਇਹ ਬੱਚਾ ਫਿਰ 7ਵੇਂ ਮਹੀਨੇ ਜਦੋਂ ਡਾਕਟਰ ਨੇ ਜਵਾਬ ਦਿੱਤਾ
ਫਿਰ ਬਾਬਾ ਜੀ ਨੇ ਕਿਹਾ ਵੀ ਨਹੀਂ ਤੁਸੀਂ ਫਿਰ ਵੈਦ ਜੀ ਕੋਲ ਜਾਓ। ਇਹਨਾਂ ਨੇ ਫਿਰ ਸਾਨੂੰ ਦਵਾਈ ਦੱਸਿਆ, ਫਿਰ ਠੀਕ ਹੋ ਗਿਆ ਬੱਚਾ। ਅੱਛਾ, ਜਦੋਂ ਖਾਰਿਸ਼ ਤੁਸੀਂ ਕਹਿੰਦੇ ਹੋ ਕਿ ਖਾਰਿਸ਼ ਦਾ ਜਿਹੜਾ ਚਮੜੀ ਰੋਗ ਹੈਗੇ ਨੇ, ਬੜੀ ਖਤਰਨਾਕ ਕਿਸਮ ਦੀ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਬੜੀ ਖਤਰਨਾਕ ਕਿਸਮ ਦੀ ਜਿਹੜੀ ਖਾਰਿਸ਼ ਹੁੰਦੀ ਸੀ, ਕਿਵੇਂ ਕੀ ਐਕਸਪੀਰੀਅੰਸ ਹੈਗਾ, ਕੀ ਤਜਰਬਾ ਸੀ ਉਸ ਹਾਂਜੀ, ਬਹੁਤ ਜ਼ਿਆਦਾ। ਜਿਵੇਂ ਕਿ ਹੁਣ ਇੱਦਾਂ ਮੈਂ ਬੈਠੀ ਹਾਂ, ਆਪਣੇ ਉੱਪਰ ਖਾਜ ਹੁੰਦੀ ਹੈ, ਪਰ ਨਹੀਂ ਉਹ ਅੰਦਰ ਖਾਜ ਹੁੰਦੀ ਸੀ, ਇੰਨਾ ਜ਼ਿਆਦਾ ਖਾਜ ਹੁੰਦੀ ਸੀ। ਮੇਰੇ ਹੱਥ 'ਚ ਕੋਈ ਵੀ ਚੀਜ਼ ਆ ਜਾਂਦੀ ਸੀ, ਮੈਂ ਆਪਣੇ ਫੇਰ ਲੈਂਦੀ ਸੀਗੀ, ਜ਼ਖਮ ਹੋ ਜਾਂਦੇ ਸੀ ਕਿੱਡੇ ਕਿੱਡੇ, ਬਹੁਤ ਖੂਨ ਚੂੰਦਾ ਹੁੰਦਾ ਸੀ ਜ਼ਖਮਾਂ 'ਚ ਦੀ। ਫਿਰ ਕਈ ਵਾਰੀ ਗਰਮ ਰਿੱਝਦੇ ਪਾਣੀ 'ਚ ਹੱਥ ਪੈਰ ਧਰਨੇ ਪੈਂਦੇ ਸੀ। ਮੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਉਸ ਟਾਈਮ, ਯਾਨੀ ਕਿ ਮੈਂ ਦੰਦਾਂ 'ਚ ਵੀ, ਮੇਰੇ ਜੀਭ ਤੇ ਇਦਾਂ ਖਾਜ ਉੱਠਦੀ ਸੀਗੀ। ਦੰਦਾਂ ਦੇ ਵਿੱਚ ਵੀ ਖਾਜ ਉੱਠਦੀ ਜੀ, ਦੰਦਾਂ 'ਚ ਵੀ ਖਾਜ ਉੱਠਦੀ ਸੀਗੀ। ਅੱਖਾਂ ਮੇਰੀਆਂ ਪੀਲੀਆਂ ਹੋ ਜਾਂਦੀਆਂ ਸੀ, ਜਮਾਂ ਹੀ ਰੰਗ ਕਾਲਾ ਹੋ ਜਾਂਦਾ ਸੀਗਾ। ਯਾਨੀ ਕਿ ਕੋਈ ਦੇਖ ਕੇ ਕਹਿੰਦਾ ਨਹੀਂ ਸੀ ਵੀ ਇਹਨਾਂ ਦਾ ਕੇਸ ਸਿਰੇ ਚੜੂਗਾ ਜਾਂ ਮੈਂ ਬਚ ਜਾਊਂਗੀ, ਮੇਰੀ ਜਾਨ ਬਚ ਜੂਗੀ। ਹਾਂਜੀ, ਇਹ ਮਹਾਰਾਜ ਦਾ ਕ੍ਰਿਸ਼ਮਾ ਹੀ ਆ ਜੋ ਕਿ ਮੇਰੇ ਰੱਬ ਨੇ ਵਧੀਆ ਝੋਲੀ ਵੀ ਭਰਤੀ। ਚਲੋ ਮੈਂ ਵੀ ਸਹੀ ਸਲਾਮਤ। ਤੇ ਫਿਰ ਇਹ ਬੇਟਾ ਪਹਿਲਾਂ ਤੁਹਾਡੇ ਸਤਮਾਹਿਆ ਬੱਚਿਆਂ ਨੇ ਹੋਏ ਸੀ, ਤੇ ਫਿਰ ਜਿਹੜਾ ਲੱਕੀ ਹੋਇਆ ਇਹ ਪੂਰੇ ਟਾਈਮ ਤੇ ਹੋਇਆ, ਪੂਰੇ 9 ਮਹੀਨੇ ਪੂਰੇ ਹੋਣ ਤੇ ਜਦੀ ਕੇਸ ਹੋਇਆਗਾ। ਫਿਰ ਤੁਸੀਂ ਦੱਸ ਰਹੇ ਸੀ ਕਿ ਜਦੋਂ ਲੱਕੀ ਦਾ ਜਨਮ ਹੋਇਆ, ਰਿਸ਼ਤੇਦਾਰ ਜਾਂ ਆਲੇ ਦੁਆਲੇ ਆਂਢ ਗੁਆਂਢ ਵਾਲੇ ਕਾਫੀ ਹੈਰਾਨ ਹੋਏ ਸੀ। ਬਹੁਤ ਜ਼ਿਆਦਾ ਸਾਰੇ ਪੁੱਛਦੇ ਸੀਗੇ ਵੀ ਇਹ ਕਿੱਦਾਂ ਹੋ ਗਿਆ, ਵੀ ਇਦਾਂ ਕਹਿ ਨਹੀਂ ਸੀ ਸਕਦੇ, ਬਈ ਕੋਈ ਕਹਿੰਦਾ ਨਹੀਂ ਸੀ ਦੇਖੇ ਵੀ ਜਾਂ ਮੇਰੀ ਜਾਨ ਬਚ ਜੂਗੀ। ਸਾਰੇ ਕਹਿੰਦੇ ਸੀ ਵੀ ਨਹੀਂ, ਇਹ ਨਹੀਂ ਬਚਦੀ ਹੈਗੀ ਜਾਂ ਕੇਸ ਸਿਰੇ ਨਹੀਂ ਚੜੂਗਾ। ਸੋ ਉਹ ਜਦੋਂ ਇਦਾਂ ਦੇ ਹਾਲਾਤ ਘਰ ਦੇ ਵਿੱਚ ਬਣੇ ਹੋਏ ਸੀ, ਭੈਣ ਜੀ ਫਿਰ ਇਹ ਦੱਸੋ ਕਿ ਬੱਚਿਆਂ ਨੂੰ, ਬੱਚੀ ਹੈਗੀ ਤੁਹਾਡੇ ਕੋਲ ਛੋਟੀ, ਤੁਹਾਡੇ ਹਸਬੈਂਡ ਵੀ ਨੇ, ਪਰ ਉਹਨਾਂ ਨੂੰ ਕੌਣ ਸੰਭਾਲਦਾ ਸੀ? ਹਾਂਜੀ, ਮੇਰੇ ਪੇਕੇ ਘਰ ਰਹਿੰਦੇ ਸੀਗੇ। ਮੇਰੇ ਕੋਲੇ ਮੇਰੇ ਭਾਈ ਭਰਜਾਈ ਜਾਂ ਮੰਮੀ ਡੈਡੀ ਕੋਈ ਨਾ ਕੋਈ ਪੱਕਾ ਹੀ ਰਹਿੰਦਾ ਸੀਗਾ। ਉਹਨਾਂ ਨੇ ਮੇਰਾ ਸਾਥ ਬਹੁਤ ਦਿੱਤਾਗਾ, ਉਹਨਾਂ ਨੇ ਮੈਨੂੰ ਜਾਣੀ ਕਿ ਸਾਂਭਿਆਗਾ। ਮੈਨੂੰ ਵੀ ਬੈੱਡ ਰੈਸਟ ਹੀ ਹੁੰਦੀ ਸੀਗੀ, ਬਿਲਕੁਲ ਨਹੀਂ ਸੀ ਮਤਲਬ ਥੱਲੇ ਉਤਰਦੀ, ਪੈਰ ਨਹੀਂ ਸੀ ਲਾਉਂਦੀ। ਜੇ ਮੈਂ ਲਾਉਂਦੀ ਵੀ ਸੀਗੀ ਕਹਿੰਦੇ ਦਰਦ ਉੱਠ ਖੜਦਾ ਸੀਗਾ ਇੱਕਦਮ ਹੀ। ਸਾਰੇ 9 ਮਹੀਨੇ ਬੈੱਡ ਰੈਸਟ ਹੀ ਰੱਖੀ ਸੀਗੀ। ਜੀ। ਸੋ ਸਾਡੇ ਨਾਲ ਪ੍ਰਦੀਪ ਜੀ ਨੇ। ਪ੍ਰਦੀਪ ਜੀ, ਜਿਹੜਾ ਹਾਲਾਤ ਦੱਸੇ ਨੇ ਤੁਹਾਡੀ ਵਾਈਫ ਨੇ, ਤੁਹਾਡੀ ਘਰ ਵਾਲੀ ਨੇ, ਤਾਂ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਤੁਹਾਡਾ ਪਰਿਵਾਰ ਨਿਕਲ ਕੇ ਆਇਆ। ਹਾਂਜੀ। ਬਾਕੀ ਜਿਹੜੇ ਵੈਦ ਜੀ ਆ, ਇਹਨਾਂ ਦੀ ਇੱਕ ਹੋਰ ਸਿਫਤ ਆ, ਇਹ ਲਾਲਚੀ ਨਹੀਂ ਹੈਗੇ। ਕੋਈ ਪੈਸੇ, ਕੋਈ ਵੀ ਮਰੀਜ਼ ਆਉਂਦਾ, ਕਈ ਮਰੀਜ਼ ਇਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਇਹ ਦਵਾਈ ਵੀ ਲੈ ਕੇ ਜਾਓ, ਤੁਸੀਂ ਇਲਾਜ ਕਰਾਓ ਆਪਦਾ। ਜਦੋਂ ਮੈਂ ਦੱਸਿਆ ਵੈਦ ਜੀ ਬਾਰੇ, ਸਾਡੇ ਚਮਿੰਡੇ ਇੱਕ ਮੁੰਡਾ ਅਮਰੀਕ ਸਿੰਘ, ਉਹ ਦਿਆਨੰਦ 'ਚੋਂ ਵੀ ਉਹਦਾ ਇਲਾਜ ਹੋਇਆ, ਉਹਨੇ ਕੋਈ ਡਾਕਟਰ ਨਹੀਂ ਛੱਡਿਆ। ਉਹਦੀ ਚਮੜੀ ਦਾ ਐਸਾ ਰੋਗ ਲੱਗ ਗਿਆ, ਅੱਖਾਂ ਬੰਦ ਹੋ ਗਈਆਂ। ਸੰਤਾਂ ਕੋਲੇ ਲਿਆਏ, ਸੰਤ ਜੀ ਕਹਿੰਦੇ ਵੈਦ ਜੀ ਕੋਲੇ ਲੈ ਕੇ ਜਾਓ। ਉਹ ਵੈਦ ਜੀ ਕਹਿੰਦੇ ਤੁਸੀਂ ਸਾਡੇ ਕੋਲੇ ਆ ਤਾਂ ਗਏ, ਲੇਟ ਹੋ ਗਏ ਤੁਸੀਂ। ਜਦੋਂ ਸਾਰੇ ਡਾਕਟਰਾਂ ਨੇ ਜਵਾਬ ਦੇਤਾ ਚਮੜੀ ਰੋਗ ਮੁਸ਼ਕ ਮਾਰੇ, ਮੈਂ ਕਿਹਾ ਵੈਦ ਜੀ ਤੁਸੀਂ ਇਲਾਜ ਸ਼ੁਰੂ ਕਰੋ। ਇਹਨਾਂ ਨੇ ਕੋਈ ਲਾਲਚ ਨਹੀਂ ਇਹਨਾਂ ਨੂੰ ਕੋਈ, ਇਹ ਕਹਿੰਦੇ ਪਹਿਲਾਂ ਦਵਾਈ ਖਵਾਓ। ਇਹੋ ਜਿਹੀ ਮਹਾਰਾਜ ਦੀ ਕਿਰਪਾ ਹੋਈ, ਉਹਦੇ ਚਮੜੀ ਦਾ ਸਾਰਾ ਰੋਗ ਠੀਕ, ਅੱਖਾਂ ਖੁੱਲ੍ਹ ਗਈਆਂ, ਅੱਖਾਂ ਖੁੱਲ੍ਹ ਗਈਆਂ, ਬੰਦ ਹੋਈਆਂ ਅੱਖਾਂ ਖੁੱਲ੍ਹ ਗਈਆਂ, ਠੀਕ ਹੋ ਗਿਆ। ਪਰ ਇਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਲੇਟ ਲੈ ਕੇ ਆਏ ਆ, ਚਮੜੀ ਤਾਂ ਠੀਕ ਕਰਤੀ, ਜਿਹੜਾ ਅੰਦਰੋਂ ਨਾ ਰੋਗ ਸਿਸਟਮ ਸੀ ਉਹ ਪਹਿਲਾਂ ਹੀ ਖਰਾਬ ਹੋਇਆ ਸੀਗਾ। ਕਹਿਣ ਤੋਂ ਭਾਵ ਜਦੋਂ ਵੀ ਜਿਹੜਾ ਵੀ ਮਰੀਜ਼ ਇਹਨਾਂ ਕੋਲੇ ਆਉਂਦਾ ਵਾ, ਇਹ ਸਰਤੀ ਇਲਾਜ ਕਰਦੇ ਆ। ਜਦੋਂ ਮੈਂ ਲੱਕੀ ਪਹਿਲਾਂ ਦਵਾਈ ਲੈਣ ਆਇਆ, ਇਹਨਾਂ ਨੇ ਦਵਾਈ ਦਿੱਤੀ, ਇਹ ਕਹਿੰਦੇ ਵੀ ਸਾਡਾ ਪਰਹੇਜ਼ ਆ, 15 ਦਿਨ ਦਵਾਈ ਖਾਣੀ ਆ ਦੇਸੀ ਗਾਂ ਦੇ ਦੁੱਧ ਦੇ ਵਿੱਚ। ਮੈਂ ਕਿਹਾ ਜੀ ਦੇਸੀ ਗਾਂ ਖਬਰ ਕਿੱਥੋਂ ਮਿਲੂਗੀ? ਉਹ ਕਹਿੰਦੇ ਵੀ ਆਪੀ ਬਾਬਾ ਜੀ ਕਿਰਪਾ ਕਰਨਗੇ। ਫਿਰ 15 ਦਿਨ ਮੈਂ ਦਵਾਈ ਖਵਾਈ ਦੇਸੀ ਗਾਂ ਦੇ ਵਿੱਚ। ਇਹਨਾਂ ਨੇ ਭਰੋਸਾ ਦਿਵਾਇਆ ਵੀ ਇਹ ਤੁਹਾਡਾ ਕੇਸ ਸਿਰੇ ਚੜੂਗਾ। ਆ ਤੁਹਾਡੇ ਸਾਹਮਣੇ ਆ। ਮੈਂ ਕੋਟਨ ਕੋਟ ਧੰਨਵਾਦ ਕਰਦਾ ਵੈਦ ਜੀਆਂ ਦਾ, ਜਿਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ। ਭਾਵੇਂ ਮੈਨੂੰ ਯਕੀਨ ਨਹੀਂ ਸੀ ਮੇਰੇ ਮੁੰਡਾ ਹੋ ਜਾਊਗਾ। ਜਦੋਂ 2 ਬੱਚੇ ਚੜ੍ਹਾਈ ਕਰ ਗਏ, ਆਪਾਂ ਕਈ ਹੁਣ ਕੇਸ ਦੇਖਦੇ ਆ, ਜਦੋਂ 2 ਬੱਚੇ ਚੜ੍ਹਾਈ ਕਰ ਜਾਣ, ਕਈਆਂ ਦੇ ਮੁੜ ਕੇ ਬੱਚਾ ਨਹੀਂ ਹੁੰਦਾ। ਮਤਲਬ ਸਰੀਰ ਇੰਨਾ ਇਸ ਹੱਦ ਤੱਕ ਅੰਦਰੋਂ ਖਰਾਬ ਹੋ ਗਿਆ। ਮੈਂ ਤਾਂ ਇਹ ਵੀ ਕਹਿੰਦਾ ਸੀ ਸੰਤਾਂ ਨੂੰ ਵੀ ਜੇ ਨਹੀਂ ਸਾਡੇ ਬੱਚਾ ਹੁੰਦਾ, ਸਾਨੂੰ ਬਾਲ ਘਰ ਦੇ ਵਿੱਚੋਂ ਕੋਈ ਬੱਚਾ ਗੋਦ ਦੇ ਦਿਓ। ਫਿਰ ਬਾਬਾ ਜੀ ਮਹਾਰਾਜ ਕਹਿੰਦੇ ਇਉਂ ਕਰੋ ਵੀ ਵੈਦ ਜੀ ਕੋਲੇ ਜਾਓ, ਵੀ ਤੁਹਾਨੂੰ ਬੱਚਾ ਗੋਦ ਨਹੀਂ ਦੇਣਾ, ਤੁਹਾਡੇ ਆਪ ਦੇ ਹੀ ਮੁੰਡਾ ਹੋਊਗਾ। ਆਖੋ ਸਤਨਾਮ। ਫਿਰ ਇਹਨਾਂ ਨੇ ਹੁਣ ਤੁਹਾਡੇ ਸਾਹਮਣੇ ਆ, ਪ੍ਰਤੱਖ ਨੂੰ ਪ੍ਰਵਾਨ ਦੇਣ ਦੀ ਕੋਈ ਲੋੜ ਨਹੀਂ। ਹੁਣ ਮੈਂ ਇੰਟਰਵਿਊ ਦਿੰਦਾ, ਜਿਹੜੀ ਸੱਚ ਆ ਉਹ ਤੁਹਾਡੇ ਸਾਹਮਣੇ ਆ। ਜੀ। ਤੇ ਫਿਰ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਹਾਡੇ ਵਾਈਫ ਖਾਰਿਸ਼ ਹੁੰਦੀ ਸੀ ਪ੍ਰੈਗਨੈਂਸੀ ਦੇ ਦੌਰਾਨ, ਜਦੋਂ ਪੀਲੀਆ ਦੀ ਸਟਾਰਟ ਹੋ ਜਾਂਦੀ ਸੀ, ਖਾਰਿਸ਼ ਹੁੰਦੀ ਸੀ,
ਤੇ ਫਿਰ ਉਹ ਖਾਰਿਸ਼ ਵਾਲੇ ਮਰੀਜ਼ ਨੂੰ ਸਾਂਭਣਾ, ਫਿਰ ਬੱਚਾ ਵੀ ਸਾਂਭਣਾ, ਘਰ ਵੀ ਸਾਂਭਣਾ, ਕਾਰੋਬਾਰ ਵੀ ਦੇਖਣਾ, ਤੇ ਤੁਸੀਂ ਢਾਡੀ ਵੀ ਹੋ, ਪ੍ਰੋਗਰਾਮਾਂ ਦੇ ਉੱਤੇ ਵੀ ਤੁਸੀਂ ਜਾਣਾ, ਕਿਵੇਂ ਕੀ ਹੁੰਦਾ ਸੀ ਜਦੋਂ ਖਾਰਿਸ਼ ਹੁੰਦੀ ਸੀ? ਇਹਨੇ ਸਾਰੀ ਰਾਤ ਨਹੀਂ ਸੌਣਾ ਜਦੋਂ ਖਾਰਸ਼ ਹੁੰਦੀ ਸੀਗੀ। ਫਿਰ ਮੇਰੇ ਸਹੁਰਾ ਪਰਿਵਾਰ ਆ ਕੋਲੇ ਦੋਲੋਂ ਪਿੰਡ ਆ, ਉਹਨਾਂ ਨੂੰ ਮੈਂ ਸੱਦਣਾ, ਉਹਨਾਂ ਨੇ ਸਾਡੀ ਮਦਦ ਬਹੁਤ ਕੀਤੀ ਆ। ਉਹ ਮੈਨੂੰ ਪਤਾ ਵੀ ਮੈਂ 9 ਮਹੀਨੇ ਕਿਵੇਂ, ਉਹ ਤਾਂ ਚਲ ਮਹਾਰਾਜ ਦੀ ਕਿਰਪਾ, ਬੈਦ ਜੀ ਜਿਹਨੂੰ ਮੈਂ ਫੋਨ ਕਰਨਾ ਇਹਨਾਂ ਨੇ ਕਹਿਣਾ ਆਹ ਦਵਾਈ ਦੇ ਦਿਓ, ਇੱਥੋਂ ਆਹ ਦਵਾਈ ਲੈ ਜਾਓ, ਆਹ ਫਲ ਖਵਾਓ, ਜਿਹੜਾ ਕੁਛ ਕਹਿੰਦੇ ਸੀ ਅਸੀਂ ਉਹੀ ਖਵਾਉਣਾ। ਆ ਤੁਹਾਡੇ ਸਾਹਮਣੇ ਰਿਜ਼ਲਟ ਸਾਨੂੰ ਮਿਲਿਆ ਵਾ, ਪਰ ਔਖਾ ਬਹੁਤ ਹੋਇਆ। ਤੁਸੀਂ ਦੱਸਦੇ ਸੀ ਕਿ ਤੁਹਾਡੀ ਜਿਹੜੀ ਬਿਹਾਈਂਡ ਦਾ ਕੈਮਰਾ ਤੁਸੀਂ ਜੋ ਗੱਲ ਕੀਤੀ ਹੈ ਕਿ ਤੁਹਾਡੀ ਘਰ ਵਾਲੀ ਨੂੰ ਜਦੋਂ ਖਾਰਿਸ਼ ਹੁੰਦੀ ਸੀ ਤਾਂ ਕੋਈ ਤਿੱਖੀਆਂ ਚੀਜ਼ਾਂ ਤੁਸੀਂ ਪਰਾਂ ਕਰ ਦਿੰਦੇ ਸੀ? ਜਦੋਂ ਖਾਰਸ਼ ਸਾਰੀ ਰਾਤ ਸੌਂਦੀ ਨਹੀਂ ਸੀ, ਮੈਂ ਇਹ ਕਹਿਣਾ ਵੀ ਕਿਤੇ ਇਹਨੇ ਘਰ ਦੇ ਨਾਲ ਖਾਜ ਕਰਨੀ। ਮੈਨੂੰ ਇਹ ਹੁੰਦਾ ਸੀ ਵੀ ਕਿਤੇ ਗਾਲੀ ਨਾ ਵੱਢ ਲਵੇ ਆਪਦਾ, ਇੰਨਾ ਹੀ ਔਖੀ ਸੀ। ਅੱਛਾ। ਮੈਂ ਇਹ ਗੱਲ ਆ ਜਦੋਂ ਸਾਡਾ ਬੱਚਾ ਪਹਿਲਾਂ ਜਿਹੜਾ ਬੱਚਾ ਪੇਟ 'ਚ ਪੂਰਾ ਹੋਇਆ, ਫਿਰ ਜਦੋਂ ਬੈਦ ਜੀ ਨੇ ਦਵਾਈ ਦਿੱਤੀ ਉਦੋਂ ਫਿਰ ਫਰਕ ਰਿਹਾ ਜੀ। ਸਹੀ ਕਹਿ ਰਹੇ ਨੇ ਜੀ ਤੁਹਾਡੇ ਘਰ ਵਾਲੇ? ਹਾਂਜੀ ਹਾਂਜੀ ਬਿਲਕੁਲ ਸਹੀ ਕਹਿੰਦੇ ਆ। ਹਾਂਜੀ ਮੈਨੂੰ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ, ਕੋਈ ਵੀ ਚੀਜ਼, ਯਾਨੀ ਕਿ ਮੇਰੇ ਭਰਾ ਵੀ ਮੇਰੇ ਕੋਲੇ ਰਹਿੰਦਾ ਸੀ, ਉਹਨੇ ਬਹੁਤ ਜ਼ਿਆਦਾ ਮੇਰਾ ਸਾਥ ਦਿੱਤਾ ਗਾ। ਜਦੋਂ ਮੇਰੇ ਖਾਰਸ਼ ਹੋਣੀ ਇਹਨਾਂ ਨੇ ਮੇਰੇ ਬਾਹਾਂ ਫੜ ਫੜ ਕੇ ਰੱਖਣੀਆਂ ਵੀ ਕੋਈ ਚੀਜ਼ ਨਾ ਆਪਣੇ ਮਾਰ ਲਵੇ। ਮੇਰੇ ਹੱਥ 'ਚ ਜੋ ਵੀ ਚੀਜ਼ ਆਉਂਦੀ ਸੀ ਮੈਂ ਆਪਣੇ ਜ਼ੋਰ ਘਸਾਣ ਲੱਗ ਜਾਂਦੀ ਸੀ, ਕਿਉਂਕਿ ਮੇਰੇ ਅੰਦਰ ਚਮੜੀ ਦੇ ਅੰਦਰਲੇ ਪਾਸੇ ਖਾਜ ਹੁੰਦੀ ਸੀ, ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ। ਪੈਰਾਂ ਦੇ ਹੱਡੀਆਂ ਦੇ ਵਿੱਚ ਖਾਜ ਹੁੰਦੀ ਸੀ, ਜਿਵੇਂ ਹੱਡੀਆਂ ਨੂੰ ਵਿੱਚੋਂ ਕੁਛ ਹੁੰਦਾ ਨਾ, ਗਰਮੀ ਬੜੀ ਆਉਂਦੀ ਹੋਊਗੀ? ਬਹੁਤ ਜ਼ਿਆਦਾ ਘਬਰਾਹਟ ਹੁੰਦਾ ਸੀ, ਦਿਲ ਘਟਦਾ ਸੀ ਇੱਕਦਮ, ਪਾਣੀ ਪਾਣੀ ਉੱਜਣ ਕੇ ਬਹੁਤ ਜ਼ਿਆਦਾ ਸਰੀਰ ਨੂੰ ਗਰਮੀ ਆ ਜਾਂਦੀ ਸੀਗੀ। ਹਾਂਜੀ ਮੇਰੇ ਭਰਾ ਮੇਰੇ ਕੋਲੇ ਬਹਿੰਦੇ ਸੀ, ਉਹਨਾਂ ਨੇ ਮੇਰੇ ਖਾਜ ਕਰਨੀ ਆਪ ਵੀ ਤੂੰ ਕੁਛ ਨਾ ਕਰ, ਵੀ ਅਸੀਂ ਆਪ ਹੀ ਕਰਦੇ ਹਾਂ। ਉਹਨਾਂ ਨੇ ਮੇਰੇ ਹੱਥ ਪੈਰ ਕਦੇ ਇਹਨਾਂ ਨੇ ਫੜ ਕੇ ਰੱਖਣੇ, ਕਦੇ ਉਹਨਾਂ ਨੇ, ਯਾਨੀ ਕਿ ਗਰਮ ਗਰਮ ਪਾਣੀ 'ਚ ਮੈਂ ਰੱਖਣੇ। ਉਹਦੇ ਨਾਲ ਮੈਨੂੰ ਕੁਛ ਥੋੜ੍ਹੀ ਜਿਹੀ ਸ਼ਾਂਤੀ ਆਉਣੀ ਕੁਛ ਟਾਈਮ ਲਈ, ਯਾਨੀ ਕਿ ਮੈਨੂੰ ਨੀਂਦ ਨਹੀਂ ਸੀ ਆਉਂਦੀ। ਸਰਦੀਆਂ 'ਚ ਵੀ ਦੱਸ ਰਹੇ? ਸਰਦੀਆਂ 'ਚ ਵੀ, ਹਾਂਜੀ ਸਰਦੀਆਂ 'ਚ ਵੀ ਪੱਖਾ ਲਾ ਕੇ ਸੌਂਦੇ? ਜੀ ਸਰਦੀਆਂ 'ਚ ਵੀ ਪੱਖਾ ਮੈਂ ਕਦੇ ਨਹੀਂ ਸੀ ਬੰਦ ਕੀਤਾ, ਕਦੇ ਮੋਟਾ ਕੱਪੜਾ ਨਹੀਂ ਸੀ ਲੱਤਾ, ਉੱਦਾਂ ਹੀ ਸੌਲ ਲੈ ਲੈਂਦੀ ਸੀਗੀ, ਪੂਰਾ ਨਹੀਂ ਸੀ ਲੈ ਹੁੰਦਾ, ਕਿਉਂਕਿ ਘਬਰਾਹਟ ਬਹੁਤ ਜਲਦੀ ਆ ਜਾਂਦਾ ਸੀਗਾ। ਹਾਂਜੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ। ਸੋ ਸਾਡੇ ਨਾਲ ਵੈਦ ਸ਼ਿਵ ਕੁਮਾਰ ਸੂਦ ਖੁਦ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵੈਦ ਜੀ ਕੀ ਸਮੱਸਿਆ ਸੀ? ਪੀਲੀਆ ਹੋਣਾ ਇੱਕ ਅੱਡ ਗੱਲ ਹੈ, ਪੀਲੀਏ ਦੇ ਨਾਲ ਬੱਚੇਦਾਨੀ ਦੇ ਵਿੱਚ ਬੱਚੇ ਨੂੰ ਪ੍ਰੋਬਲਮਸ ਆਉਣੀਆਂ ਔਰ ਖਾਰਿਸ਼ ਹੋਣੀ, ਤੁਸੀਂ ਕਹਿੰਦੇ ਵੀ 10 ਮਿੰਟਾਂ 'ਚ ਡਿਟੈਕਟ ਕਰ ਲਿਆ ਔਰ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਬੱਚਾ ਕਿਸੇ ਹੋਰ ਪਾਸੇ ਤੋਂ ਅਡਾਪਟ ਕਰਨ ਦੀ ਜ਼ਰੂਰਤ, ਤੁਸੀਂ ਜੇ ਤੁਹਾਨੂੰ ਪਰਮਾਤਮਾ ਦਿੰਦਾ ਤੁਸੀਂ ਕਰ ਲਓ, ਪਰ ਬੱਚਾ ਤੁਹਾਡੇ ਆਪਣੇ ਘਰ ਹੋ। ਇੰਨਾ ਕੌਨਫੀਡੈਂਸ, ਆਪਣੇ ਭਰੋਸਾ ਆਪਣੇ ਜਿਹੜਾ ਆਯੁਰਵੇਦ ਦੇ ਉੱਤੇ? ਹਾਂਜੀ ਭਰੋਸਾ ਅਸਲ 'ਚ ਆਯੁਰਵੇਦ ਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਪ੍ਰਕਿਰਤੀ ਦਾ, ਕਿਉਂਕਿ 3 ਦੋਸ਼ ਨੇ, ਵਾਤ ਪਿੱਤ ਕਫ। ਹੁਣ ਜਿਹੜਾ ਇਹ ਕੇਸ ਸੀਗਾ ਸਾਡੇ ਕੋਲ, ਇਹ ਪਿੱਤ ਪ੍ਰਧਾਨ ਪ੍ਰਕਿਰਤੀ ਦਾ ਸੀ, ਅਗਰੈਸਿਵ ਹੋਈ ਵੀ ਸੀ ਪਿੱਤ ਬਹੁਤ ਜ਼ਿਆਦਾ, ਇੰਨੀ ਹੀਟ ਵੱਧ ਜਾਂਦੀ ਸੀਗੀ ਕਿ ਬੱਚੇ ਨੂੰ ਅੰਦਰ ਪ੍ਰੋਬਲਮ ਆ ਜਾਂਦੀ ਸੀਗੀ। ਹੀਟ ਇੰਨੀ ਜਿਹੜਾ ਮਤਲਬ ਗਰਭ ਦੇ ਵਿੱਚ ਇੰਨੀ ਹੀਟ ਹੋ ਜਾਂਦੀ ਸੀਗੀ, ਬੱਚਾ ਗਲਣਾ ਸ਼ੁਰੂ ਹੋ ਜਾਂਦਾ ਸੀਗਾ। ਉਹ ਜਦੋਂ ਮੈਂ ਦੇਖਿਆ ਵੀ ਪਿੱਤ ਉਸ ਲੈਵਲ ਤੇ ਸੀਗੀ ਵੀ ਆਪਾਂ ਸਮਝ ਲਈਏ ਵੀ ਡਬਲ ਹੋਈ ਵੀ ਸੀਗੀ ਪਿੱਤ, ਉਹ ਤਾਂ ਮੈਂ ਸਮਝ ਗਿਆ ਵੀ ਕੇਸ ਕੋਈ ਐਡਾ ਸਾਡੇ ਲਈ ਚਲੋ ਮਹਾਰਾਜ ਕਰਨ ਵਾਲਾ ਆ, ਪਰ ਉਹਦੇ ਬਖਸ਼ਿਸ਼ ਆ। ਤਾਂ ਜਦੋਂ ਆਪਾਂ ਨੇ ਪਿੱਤ ਨੂੰ ਸ਼ਮਨ ਕਰਕੇ ਫਿਰ ਇਹਨਾਂ ਨੇ ਪ੍ਰੈਗਨੈਂਸੀ ਹੋਈ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੁੜ ਕੇ। ਤੇ ਫਿਰ ਜਿਹੜੇ ਇਦਾਂ ਦੇ ਮਰੀਜ਼ ਨੇ, ਸਾਡਾ ਬਹੁਤ ਜ਼ਿਆਦਾ ਜਿਹੜੀ ਇਹ ਬਿਮਾਰੀ ਹੈਗੀ ਹੈ ਕਿ ਪ੍ਰੈਗਨੈਂਸੀ ਹੋ ਜਾਂਦੀ ਹੈ, ਕੁਝ ਕੁ ਮਹੀਨਿਆਂ ਬਾਅਦ ਫਿਰ ਉਹ ਗਰਭਪਾਤ ਮਜਬੂਰਨ ਜਿਹੜਾ ਔਰਤ ਨੂੰ, ਪਰਿਵਾਰ ਨੂੰ ਕਰਵਾਉਣਾ ਪੈਂਦਾ ਹੈ। ਉਹਦਾ ਕੀ ਕਾਰਨ ਹੈ ਜੀ? ਉਹ ਦੇਖੋ ਕਈ ਤਰ੍ਹਾਂ ਦੇ ਰੋਗ ਹੁੰਦੇ ਨੇ ਜੀ, 18 ਰੋਗ ਹੁੰਦਾ, ਕਈ ਤਰ੍ਹਾਂ ਦੇ ਰੋਗ ਨੇ। ਕਈ ਬੱਚੇ ਅਰਲੀ ਬਰਥ ਕਰਾਉਣਾ ਪੈਂਦਾ ਹੈ ਨਾ, ਛਮਾਹਾਂ ਹੋ ਗਿਆ, ਸਤਮਾਹਾਂ ਹੋ ਗਿਆ, ਉਹ ਵੀ ਗਰਭ ਦੀਆਂ ਪ੍ਰੋਬਲਮ ਹੁੰਦੀਆਂ ਨੇ ਹੈ ਨਾ, ਬੱਚੇਦਾਨੀ ਕਮਜ਼ੋਰ ਹੁੰਦੀ ਆ। ਉਹਦੇ ਵਿੱਚ ਆਯੁਰਵੇਦ 'ਚ ਬਹੁਤ ਕੁਛ ਆ, ਮੇਨ ਗਰਭਪਾਲ ਰਸ ਆ, ਗਰਭਪਾਲ ਰਸ ਸਵਰਨ ਯੁਕਤ ਆ, ਸਮੁੰਦਰ ਆ ਆਯੁਰਵੇਦ, ਜਿੱਥੇ ਜਿੱਦਾਂ ਦੀ ਚੀਜ਼ ਦੀ ਲੋੜ ਆ ਉੱਦਾਂ ਦੀ ਦਵਾਈ ਦਿੱਤੀ ਜਾਂਦੀ ਆ। ਹਾਂਜੀ। ਤੇ ਫਿਰ ਇਸ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਨੇ ਵੈਦ ਜੀ, ਇਹ ਔਰਤਾਂ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਉਹਦਾ ਕੋਈ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ, ਤੁਹਾਡੇ ਕੋਲ ਕਿਉਂਕਿ ਇੱਥੇ ਸੈਂਕੜੇ ਮਰੀਜ਼ ਨੇ, ਤੁਸੀਂ ਰੋਜ਼ਾਨਾ ਜਿਹੜੇ ਦੇਖਦੇ ਹੋ, ਆਪਣੇ ਤਜਰਬੇ ਦੇ ਵਿੱਚੋਂ ਕੀ ਮਹਿਸੂਸ ਕੀਤਾ? ਕੀ ਇਸ ਚੀਜ਼ ਦੀ ਘਾਟ ਹੈਗੀ ਹੈ ਕਿ ਇਦਾਂ ਦੇ ਗਰਭਪਾਤ ਨੇ ਜਿਹੜੇ ਗਰਭ ਦੇ ਵਿੱਚ ਹੀ ਹੋ ਰਹੇ ਨੇ? ਕਮੀ ਆ ਜਿਹੜੀ ਨਾ, ਇੱਕ ਤਾਂ ਡਾਇਗਨੋਸ ਦੀ ਕਮੀ ਹੋ ਜਾਂਦੀ ਹੈ, ਇੱਕ ਸਾਡਾ ਇਲਾਜ ਆ, ਜਿਹੜਾ ਇਲਾਜ ਅਸੀਂ ਗਲਤ ਵੱਲ ਨੂੰ ਤੁਰ ਪੈਂਦੇ ਆ। ਜਿਵੇਂ ਹੁਣ ਇਹਨਾਂ ਦੀ ਪਿੱਤ ਵਧੀ ਹੋਈ ਸੀ, ਉਸ ਲੈਵਲ ਤੇ ਅਗਰੈਸਿਵ ਸੀਗੀ ਪਿੱਤ, ਉੱਪਰੋਂ ਜਿਹੜੀਆਂ ਔਸ਼ਧੀਆਂ ਨੇ, ਐਲੋਪੈਥੀ ਦਵਾਈਆਂ ਨੇ, ਉਹ ਗਰਮ ਹੁੰਦੀਆਂ ਨੇ, ਤਾਂ ਫਿਰ ਉਹ ਇਲਾਜ ਦੀ ਥਾਂ ਤੇ
ਵਿਨਾਸ਼ ਹੁੰਦਾ ਆ, ਉਹ ਖਤਰਨਾਕ ਹੋਣਾ ਸ਼ੁਰੂ ਹੋ ਜਾਂਦਾ। ਫਿਰ ਬੰਦਾ ਫੈਡ ਅਪ ਹੋ ਜਾਂਦਾ, ਕਿਉਂਕਿ ਇੰਨੀਆਂ ਦਵਾਈਆਂ ਲੈ ਕੇ ਜਦੋਂ ਇਲਾਜ ਨਹੀਂ ਹੁੰਦਾ ਬੰਦਾ ਸੋਚਦਾ ਵੀ ਯਾਰ ਇੰਨੀਆਂ ਦਵਾਈਆਂ ਵੀ ਖਾ ਲੀਆਂ। ਕਾਰਨ ਕਿਸੇ ਨੇ ਪ੍ਰਕਿਰਤੀ ਦੇਖਣੀ ਨਹੀਂ ਮਰੀਜ਼ ਦੀ, ਵੀ ਪਹਿਲਾਂ ਹੀ ਪਿੱਤ ਵਧੀ ਵੀ ਆਪਾਂ ਗਰਮ ਦਵਾਈਆਂ ਦੇਈ ਜਾਂਦੇ ਆ। ਮੋਸਟਲੀ ਜਿਹੜੀ ਲੇਡੀਜ਼ ਦੇ ਵਿੱਚ ਪ੍ਰੋਬਲਮ ਆਉਂਦੀ ਆ, ਗਰਭ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਾਂ ਪ੍ਰੈਗਨੈਂਸੀ ਦੀ ਪ੍ਰੋਬਲਮ ਆਉਂਦੀ ਆ, ਉਹ ਹੁੰਦੀ ਉਹ ਪਿੱਤ ਪ੍ਰਕਿਰਤੀ ਕਰਕੇ ਆ। ਜੀ, ਤੇ ਫਿਰ ਇਦਾਂ ਦੇ ਜਿਹੜੇ ਪੇਸ਼ੈਂਟ ਹੈਗੇ ਨੇ, ਇਦਾਂ ਦੇ ਮਰੀਜ਼ ਤੁਸੀਂ ਆਉਂਦੇ ਨੇ, ਮਤਲਬ ਐਵਰੇਜ, ਚਲੋ ਇਹ ਚੀਜ਼ ਤਾਂ ਹਿਊਮਨ ਟੂ ਹਿਊਮਨ ਵੈਰੀ ਕਰਦੀ ਹੈ, ਐਵਰੇਜ ਅੰਦਾਜ਼ਾ ਕਿੰਨੇ ਕੁ ਸਮਾਂ ਲੱਗ ਜਾਂਦਾ ਠੀਕ ਹੁੰਦਿਆਂ? ਦੇਖੋ ਸਮਾਂ ਤਾਂ ਡਾਇਗਨੋਜ਼ ਨੂੰ ਹੁੰਦਾ ਆ। ਡਾਇਗਨੋਜ਼ ਮਹਾਰਾਜ ਨੇ ਬਖਸ਼ੀ ਆ ਸਾਨੂੰ, ਨਬਜ਼ ਦੇਖ ਕੇ ਜਲਦੀ ਪਤਾ ਲੱਗ ਜਾਂਦਾ। ਅਸੀਂ ਮੰਨਦੇ ਹਾਂ ਵੀ ਇਦਾਂ ਦੇ ਕੇਸਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ 3 ਮਹੀਨੇ ਦਾ ਸਮਾਂ ਮਰੀਜ਼ ਤੋਂ ਮੰਗ ਕੇ ਚੱਲਦੇ ਹਾਂ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵੈਦ ਜੀ, ਤੁਸੀਂ ਗੱਲਬਾਤ ਕੀਤੀ, ਆਪਣਾ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਵੈਦ ਸ਼ਿਵ ਕੁਮਾਰ ਸੂਦ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ। ਪ੍ਰਦੀਪ ਜੀ, ਹੁਣ ਘਰ ਦੇ ਵਿੱਚ ਫਿਰ ਖੁਸ਼ੀਆਂ ਦੀ ਛੇਬਰ ਲੱਗਦੀ ਹੈ, ਲੱਕੀ ਨੇ ਪੂਰੀਆਂ ਰੌਣਕਾਂ ਇੱਥੇ ਵੀ ਲਾਈਆਂ ਹੋਈਆਂ ਨੇ, ਘਰ ਵੀ ਲਾਉਂਦਾ ਉਹ। ਪੂਰੀ ਜੀ ਪੂਰੀ ਕਿਰਪਾ ਜੀ ਮਹਾਰਾਜ ਜੀ ਦੀ। ਜਦੋਂ ਮੈਂ ਵੀ ਮੇਰਾ ਗਲਾ ਖਰਾਬ ਹੋ ਜਾਂਦਾ, ਫਿਰ ਮੈਂ ਵੈਦ ਜੀ ਨੂੰ ਕਹਿੰਦਾ ਮੈਨੂੰ ਦਵਾਈ ਬਣਾ ਕੇ ਦੇਵੋ। 20 ਸਾਲ ਤੋਂ ਸਾਡੀ ਮਿੱਤਰਤਾ, ਇਹਨਾਂ ਦੀ ਅਸੀਂ ਵਰਤਦੇ ਹਾਂ। ਜਿਹੜਾ ਵੀ ਕੋਈ ਇਹਨਾਂ ਤੋਂ ਦਵਾਈ ਲੈਣ ਆਉਂਦਾ, ਮਨ ਇੱਕ ਬੰਦੇ ਨੇ ਦਵਾਈ ਲਈ, ਉਹ ਗਾਹਾਂ 20 ਨੂੰ ਭੇਜਦਾ ਵੀ ਦਵਾਈ ਇਹਨਾਂ ਦੀ ਬਹੁਤ ਵਧੀਆ ਵਾ। ਕੋਈ ਲਾਲਚ ਨਹੀਂ ਹੈਗਾ ਇਹਨਾਂ ਨੂੰ, ਕੋਈ ਇਹ ਸੇਵਾ ਹੀ ਕਰ ਰਹੇ ਆ। ਜੀ ਜੀ। ਸੋ ਭੈਣ ਜੀ, ਲਾਸਟ ਦੇ ਵਿੱਚ ਕੀ ਕਹੋਗੇ? ਖਾਣ ਪਾਣ ਦੀ ਕਮੀ ਰਹੀ, ਜਾਂ ਪਰਹੇਜ਼ ਦੀ ਕਮੀ ਰਹੀ, ਜਾਂ ਫਿਰ ਇਲਾਜ ਦੀ ਕਮੀ ਰਹੀ? ਤਿੰਨ ਚੀਜ਼ਾਂ 'ਚੋਂ ਕਿਸ ਚੀਜ਼ ਦੀ ਕਮੀ ਰਹੀ? ਜੀ ਪਹਿਲਾਂ ਜਦੋਂ 2 ਬੱਚੇ ਮੇਰੇ ਇਲਾਜ ਵੱਲੋਂ ਬੱਚੇ ਦੀ ਡੈਥ ਹੋਈ ਆ, ਮੈਨੂੰ ਪਹਿਲਾਂ ਸਾਨੂੰ ਚਾਨਣ ਨਹੀਂ ਸੀਗਾ ਵੀ ਬਾਬਾ ਜੀ ਨਾਲ ਪਹਿਲਾਂ ਗੱਲਬਾਤ ਕਰਦੇ, ਸਾਨੂੰ ਮਹਾਰਾਜ ਨਾਲ ਬਚਨ ਕੀਤੇ। ਪਹਿਲਾਂ ਜੋ ਸਾਨੂੰ ਘਾਟਾ ਪਿਆ ਬਸ ਇਲਾਜ ਵੱਲੋਂ ਪੈ ਗਿਆ ਇੱਦਾਂ। ਜੀ ਜੀ ਜੀ। ਫਿਰ ਹੁਣ ਕੀ ਕਹੋਗੇ ਵੈਦ ਜੀ ਨੂੰ? ਹੁਣ ਤਾਂ ਪਰਮਾਤਮਾ ਨੇ ਖੁਸ਼ੀਆਂ ਤੁਹਾਨੂੰ ਬਖਸ਼ੀਆਂ। ਬਹੁਤ ਬਹੁਤ ਅਸੀਂ ਤਾਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਵੈਦ ਜੀ ਦਾ ਕਿ ਸਾਡੇ ਘਰ ਬਹੁਤ ਖੁਸ਼ੀਆਂ ਦਿੱਤੀਆਂ, ਇਹਨਾਂ ਦੀ ਵਜ੍ਹਾ ਨਾਲ ਖੁਸ਼ੀਆਂ ਆਈਆਂ। ਬਾਬਾ ਜੀ ਦਾ ਭੂਰੀ ਵਾਲਿਆਂ ਦਾ ਬਹੁਤ ਜ਼ਿਆਦਾ ਕੋਟਨ ਕੋਟ ਧੰਨਵਾਦ ਆ ਕਿ ਸਾਡੇ ਤੇ ਉਹਨਾਂ ਨੇ ਮਿਹਰ ਭਰਿਆ ਹੱਥ ਰੱਖਿਆ, ਸਾਡੇ ਘਰ ਖੁਸ਼ੀਆਂ ਦੀ ਲਹਿਰ ਆਈ। ਜੀ ਜੀ ਜੀ, ਤੁਸੀਂ ਕੀ ਕਹੋ? ਅਸੀਂ ਤਾਂ ਇਹ ਕਹਿੰਦੇ ਜੀ, ਜਿਹੜੇ ਵੈਦ ਉਹ ਡਾਕਟਰ ਹੋਏ, ਵੈਦ ਰੱਬ ਦਾ ਰੂਪ ਹੁੰਦੇ ਆ ਜੀ। ਅਸੀਂ ਤਾਂ ਜਦੋਂ ਸਾਨੂੰ ਏਡੀ ਵੱਡੀ ਮਹਾਰਾਜ ਨੇ ਦਾਤ ਬਖਸ਼ਤੀ, ਵੈਦ ਜੀ ਨੇ ਦਵਾਈ ਦਿੱਤੀ ਆ, ਅਸੀਂ ਤਾਂ ਰੱਬ ਹੀ ਕਹਾਂਗੇ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੈਦ ਜੀ ਨੂੰ ਵੀ ਜਿਹਦੇ ਕੋਈ ਔਲਾਦ ਨਹੀਂ ਹੈਗੀ, ਜਿਵੇਂ ਸਾਨੂੰ ਕਈ ਲੋਕ ਵੀ ਮਿਹਣੇ ਮਾਰਦੇ ਸੀ ਜਦੋਂ ਮੁੰਡਾ ਨਾ ਹੋਵੇ ਨਾ, ਕੱਲ੍ਹ ਸਾਡੀ ਬੇਟੀ ਸੀਗੀ, ਆਂਢੀ ਗੁਆਂਢੀ ਵੀ ਕਹਿੰਦੇ ਆ ਵੀ ਇਹਦੇ ਦਰਸ਼ਨ ਨਹੀਂ ਕਰਨੇ, ਇਹ ਤਾਂ ਮੁੰਡਾ ਹੀ ਹੈ ਨਹੀਂ ਕੋਈ। ਇਹ ਸਮਾਂ ਅੱਜ ਕੱਲ੍ਹ ਜੋਗਾ। ਮੈਂ ਬੇਨਤੀ ਕਰ ਦੇਵਾਂ ਜਿਹਨੂੰ ਵੀ ਸਾਡੀ ਕੋਈ ਇਹੋ ਜਿਹੀ ਪ੍ਰੋਬਲਮ ਆ, ਧਾਮ ਤਲਵੰਡੀ ਵੈਦ ਜੀ ਐਤਵਾਰ ਨੂੰ ਬਹਿੰਦੇ ਆ, ਜਿਹਨੂੰ ਵੀ ਪ੍ਰੋਬਲਮ ਆ ਵੈਦ ਨੂੰ ਮਿਲੋ। ਇਹ ਮੇਰਾ ਦਾਅਵਾ ਵਾ, ਮੈਨੂੰ ਯਕੀਨ ਆ ਵੀ ਜਿਹੜਾ ਵੀ ਇੱਥੇ ਕੋਈ ਦਵਾਈ ਲੈ ਕੇ ਜਾਂਦਾ ਉਹਦੀਆਂ ਝੋਲੀਆਂ ਜ਼ਰੂਰ ਭਰੀਆਂ ਜਾਣਗੀਆਂ। ਜੀ ਜੀ ਜੀ। ਤੇ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਤੁਹਾਡਾ ਸੰਬੰਧ ਹੈਗਾ ਉਹ ਅਮਰ ਸਿੰਘ ਚਮਕੀਲਾ ਉਹਨਾਂ ਦੇ ਪਰਿਵਾਰ ਦਾ, ਤੁਸੀਂ ਅਮਰ ਸਿੰਘ ਚਮਕੀਲੇ ਦੇ ਭਾਣਜੇ ਹੋ? ਹਾਂਜੀ, ਮੇਰੇ ਮਾਮਾ ਜੀ ਨੇ ਅਮਰ ਸਿੰਘ ਚਮਕੀਲਾ ਜੀ। ਅੱਛਾ। ਤੇ ਫਿਰ ਤੁਹਾਨੂੰ ਜਿਹੜੀ ਢਾਡੀ ਹੈ ਜਾਂ ਤੁਹਾਡੀ ਗਾਇਕੀ ਹੈ ਉਹ ਤੁਹਾਨੂੰ ਸਮਝ ਲਓ ਫਿਰ ਵਿਰਸੇ ਦੇ ਵਿੱਚੋਂ ਹੀ ਮਿਲੀ? ਹਾਂਜੀ ਹਾਂਜੀ, ਹੁਣ ਵਿਰਸੇ 'ਚੋਂ ਮਿਲੀ ਹੈ ਜੀ ਸਾਨੂੰ। ਅਸੀਂ 3 ਭਾਈ ਹਾਂ, ਤਿੰਨੇ ਭਾਈ ਢਾਡੀ ਆ। ਇੱਕ ਮੇਰਾ ਭਰਾ ਢਾਡੀ ਮਨਵੀਰ ਸਿੰਘ ਕੈਨੇਡਾ 'ਚ ਗਿਆ ਹੋਇਆ, ਇੱਕ ਮੇਰਾ ਭਾਈ ਆ ਜਸਬੀਰ ਸਿੰਘ ਜੀ, ਉਹ ਸੁਰੰਗੀ ਮਾਸਟਰ ਆ। ਅਸੀਂ ਤਿੰਨੇ ਭਾਈ ਢਾਡੀ ਆ। ਇਹ ਸਾਡੇ ਮਾਮਾ ਜੀ, ਮਾਮਾ ਅਮਰ ਸਿੰਘ ਚਮਕੀਲਾ, ਸਾਨੂੰ ਵਿਰਸੇ ਦੇ ਵਿੱਚ ਕਲਾ ਮਿਲੀ ਹੋਈ। ਚਲੋ ਹੁਣ ਲੱਕੀ ਵੀ ਮੈਨੂੰ ਲੱਗਦਾ ਕਿ ਇੱਕ ਅਲੱਗ ਰਾਗ ਹੈ ਜਿਹੜਾ ਉਹ ਤੁਹਾਡੇ ਘਰ ਦੇ ਵਿੱਚ ਛੇੜੇਗਾ, ਔਰ ਉਮੀਦ ਕਰਦੇ ਇਹ ਤਾਂ ਹੁਣ ਤੋਂ ਹੀ ਜਿਹਨੂੰ ਢੋਲਕੀ ਫੜਾ, ਜੇ ਢੋਲਕੀ ਵਜਾਉਂਦਾ, ਬਾਜਾ ਵਜਾਉਂਦਾ ਸਾਡੇ ਨਾਲ ਹੀ, ਉੱਠਣ ਸਾਰ ਪਹਿਲਾਂ ਵਾਹਿਗੁਰੂ ਸ਼ਬਦ ਕਹਿੰਦਾ। ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ। ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਜਿਹੜੀ ਕਹਾਣੀ ਹੈ ਇੱਥੇ ਕੈਮਰੇ ਦੇ ਉੱਤੇ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਇਹ ਸੀ ਪ੍ਰਦੀਪ ਜੀ ਦਾ ਪਰਿਵਾਰ, ਜਿਨ੍ਹਾਂ ਨੇ ਆਪਣੀ ਕਹਾਣੀ ਹੈ ਜਿਹੜੀ ਦੱਸੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਬੇਟੇ ਨੇ ਲੱਕੀ ਨੇ ਜਨਮ ਲਿਆ, ਔਰ ਕਿਸ ਤਰੀਕੇ ਨਾਲ ਕੁਦਰਤ ਨੇ ਖਾਸ ਕਰਕੇ ਜਿਹੜੇ ਜ਼ਰੀਆ ਬਣੇ ਨੇ ਵੈਦ ਸ਼ਿਵ ਕੁਮਾਰ ਸੂਦ ਉਹਨਾਂ ਨੇ, ਉਹਨਾਂ ਦਾ ਇਲਾਜ ਕਿੰਨਾ ਕੁ ਕਾਰਗਰ ਰਿਹਾ। ਸੋ ਫਿਲਹਾਲ ਇਸ ਵੀਡੀਓ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਆਉਂਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਜਿਹੜਾ ਉਹ ਛੱਡ ਸਕਦੇ ਹੋ। ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਹੈ ਜਿਹੜਾ ਉਹ ਤੁਸੀਂ ਛੱਡ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਦੇ ਜ਼ਰੀਏ ਵੈਦ ਸ਼ਿਵ ਕੁਮਾਰ ਸੂਦ ਤੁਹਾਡੇ ਤੱਕ ਰਾਬਤਾ ਕਰਕੇ ਉਸ ਸਵਾਲ ਦਾ ਜਵਾਬ ਹੈ ਜਿਹੜਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲ ਸਕੇ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।